ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ जी के भाग 35वां। फरीदा चिंत खटोला वाण दुख, बिरहे वसावण लेप। एहो हमारा जीवना, तू ਸਾਹਿਬ ਸੱਚੇ ਵੇਖ। ਸਾਹਿਬ ਤਾਂ ਭਾਈ ਦੇਖ ਹੀ ਰਿਹਾ ਹੈ, ਉਹੀ ਬਾਬਾ ਫਰੀਦ ਜੀ ਸਮਝਾ ਰਹੇ ਨੇ। ਫਰੀਦਾ ਚਿੰਤ ਖਟੋਲਾ, ਖਟੋਲਾ ਬਾਣ ਦੀ ਮੰਜੀ ਛੋਟਾ, ਛੋਟੀ ਜੀ ਬੁੱਧੀ ਕਉ ਕਬੀਰ ਤੂੰ ਰਾਮ ਕੀ ਅੰਸ। ਕਾਹਦਾ ਵਾ ਹੈ? ਚਿੰਤਾ ਦਾ। ਮਨ ਬੁੱਧੀ ਕੋਲੇ ਕੀ ਹੈ? ਚਿੰਤਾ। ਬਾਣੀ ਕੀ ਸਮਝਾ ਰਹੀ ਹੈ? ਗੁਰਉਪਦੇਸ਼ ਸਾਨੂੰ ਕੀ ਸਮਝਾ ਰਿਹਾ? ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲਮੇ ਜਨ ਤੋ ਪਾਏ ਤਿਨਾ ਬਿਰੋਜੀ ਦੇ। ਕਾਹਦੀ ਚਿੰਤਾ? ਸਾਡੇ ਅੰਦਰ ਰੋਜੀ ਦੀ, ਖਾਣ ਪੀਣ ਦੀ, ਸਰੀਰ ਕਰਕੇ। ਉਹ ਭਾਈ ਸਾਰਾ ਕੁਛ ਤਾਂ ਉਹਨੇ ਪੈਦਾ ਕੀਤਾ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਸਾਰਿਆਂ ਦੀ ਸੰਭਾਲ ਤਾਂ ਕਰ ਰਿਹਾ ਵਾ। ਉਹੀ ਤਾਂ ਬਾਣੀ ਆਪਾਂ ਨੂੰ ਬਾਰ-ਬਾਰ ਸਮਝਾ ਰਹੀ ਹੈ। ਦੇਣ ਵਾਲਾ ਇੱਕ ਹੀ ਹੈ ਭਾਈ। ਤੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ ਅਗਨਤ ਭਰੇ ਭੰਡਾਰ। ਦਿੰਦਾ ਦੇ ਲੈਂਦੇ ਥੱਕ ਪਾਈ, ਜੁਗਾਂ ਜਗੰਤਰ ਖਾਈ ਖਾਏ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਕਸੇ ਬੇਪਰਵਾਹ। ਸੁਭਾਅ ਉਹਦਾ ਦੇ ਰਿਹਾ ਸਾਰਿਆਂ ਨੂੰ। ਸਾਰੀ ਉਹਦੀ ਲਾਦ ਹੈ, ਇਕਸ ਪਿਤਾ ਇਕਸ ਕੇ ਹੰਬਾਰ। ਸੈਲ ਪੱਥਰ ਮੇਂ ਜਨ ਤੋਂ ਪਾਏ, ਤਾਂ ਘਾ ਰਿਜਕਾ ਕੇ ਕਰ ਤਰਿਆ। ਮਾਣਕ ਕੀ ਟੇਕ ਬਿਰਥੀ ਜਾਣ, ਦੇਵਨ ਕੋ ਏਕੇ ਭਗਵਾਨ। ਅਨੇਕਾਂ ਉਪਦੇਸ਼ ਨੇ ਆਪਣੇ ਕੋਲੇ। ਚਿੰਤਾ ਘਟ ਜੇ ਆਪਣੀ। ਬਾਣੀ ਵਾਰ-ਵਾਰ ਆਪਾਂ ਨੂੰ ਸਮਝਾਉਂਦੀ। ਜਦੋਂ ਗਿਆਨ ਹੋ ਜਾਂਦਾ ਫਿਰ ਇਹਦੀ ਚਿੰਤਾ ਚਲੀ ਜਾਂਦੀ ਹੈ। ਉਹੀ ਬਾਬਾ ਫਰੀਦ ਜੀ ਨੇ ਆਪਾਂ ਨੂੰ ਸ਼ਲੋਕ ਸਮਝਾਇਆ। ਸਾਡਾ ਜਿਹੜਾ ਜੀਵਨ ਹੈ, ਤੂੰ ਦਾਤਾ ਜਾਣਦਾ ਹੀ ਹੈ ਕੀ ਹੈ। ਸਾਡੇ ਕੋਲ ਚਿੰਤਾ ਦਾ ਖਾਟ ਹੈ। ਉਹ ਬੁਣਿਆ ਕਾਹਦੇ ਨਾਲ ਹੈ? ਕਲਪਨਾ ਨਾਲ, ਚਿੰਤਾ ਨਾਲ। ਬਾਣ ਕਿਹੜਾ ਪਾਇਆ ਉਹ ਬੁਣਨ ਖਾਤਰ? ਮਨ ਬੁੱਧੀ ਨੇ। ਕਲਪਨਾ ਦਾ, ਚਿੰਤਾ ਦਾ। ਬਿਰਹੇ ਵਸਾਵਣ ਲੇਪ, ਬਿਰਹਾ ਕਾਹਦਾ ਵਾ ਇਹਦੇ ਵਿੱਚ? ਮਿਲਾਪ ਦਾ। ਬਹੁਤ ਵੱਡੀ ਇੱਕ ਅਵਸਥਾ ਹੈ ਬਿਰਹਾ। ਅੱਗੇ ਆ ਜਾਣਾ ਆਪਾਂ ਨੂੰ। ਜਿਸ ਤਨ ਵਿਰਾ ਨਾ ਉਪਜੇ, ਸੋ ਤਨ ਜਾਣ ਮਿਸਾਣ। ਹੱਡੀਆਂ ਹੀ ਹੈ ਪਕਲੀਆਂ ਬਸ। ਮਿਸਾਣ ਹੁੰਦਾ ਹੱਡੀਆਂ। ਬਾਬਾ ਫਰੀਦ ਤਾਂ ਐਂ ਸਮਝਾਉਂਦੇ ਨੇ, ਭਾਈ ਜਿਹਦੇ ਅੰਦਰ ਬਿਰਹਾ ਹੀ ਨਹੀਂ ਉਪਜਿਆ ਅੱਲਾ ਦਾ, ਕੁਦਰਤ ਦਾ, ਜਿਹਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਜਿਹਨੇ ਸਾਨੂੰ ਸਾਰਾ ਕੁਝ ਦਿੱਤਾ ਹੈ। ਜਿਸਕਾ ਦਿੱਤਾ ਖਾਵਣਾ ਤਿਸ ਕਹੀਏ ਸਾ ਵਾਸ। ਉਹ ਮਸਾਣ ਹੀ ਹੈ ਭਾਈ। ਫਿਰ ਮੜੀਆਂ ਕਹਿ ਲਈਏ। ਜੈ ਪ੍ਰਸਾਦ ਸੱਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰਖ ਮਨ ਮਾਏ। ਪਦਾਰਥਾਂ ਨੂੰ ਖਾਣ ਨੂੰ ਥੋੜ੍ਹੀ ਮਨਾ ਕੀਤਾ ਭਾਈ। ਠਾਕਰ ਦਾ ਜਸ ਕਰਨ ਨੂੰ ਕਹਿੰਦੀ ਹੈ ਬਾਣੀ। ਭਾਈ ਜੀ ਦਿੱਤਾ ਖਾਣਾ, ਉਹਦਾ ਜਸ ਕਰ। ਜਿਸਕਾ ਦਿੱਤਾ ਖਾਵਣਾ ਤਿਸ ਕਹੀਏ ਜਾ ਵਾਸ ਸਵਾਸ। ਪਰ ਪਦਾਰਥਾਂ ਦਾ ਸ਼ੁਕਰ ਤਾਂ ਅਸੀਂ ਕੀ ਕਰਨਾ ਸੀ? ਇਸ ਤਾਂ ਵਿਰੋਧ ਹੀ ਕਰਨ ਲੱਗੇ। ਉਹ ਨਹੀਂ ਖਾਣਾ, ਆਹ ਨਹੀਂ ਖਾਣਾ, ਫਲਾਨਾ ਉਹ ਖਾ ਰਿਹਾ, ਉਹ ਧਰਮਾਂ ਦੇ ਵਿੱਚ ਆਹ ਖਾ ਰਿਹਾ। ਖਾਣ ਪੀਣ ਦੀ ਗੱਲ ਭਾਈ ਧਰਮ ਦੇ ਵਿੱਚ ਨਹੀਂ ਚੱਲਦੀ ਹੈਗੀ। ਇਹ ਸੰਸਾਰੀ ਜੀਵਾਂ ਅਸੀਂ ਇਹਦਾ ਵਿਰੋਧ ਕਰਦੇ ਰਹੇ ਨੇ। ਜੋ ਵਿਰੋਧ ਪੈਦਾ ਹੁੰਦਾ ਹੈ। ਕਿਸੇ ਨੂੰ ਕੁਝ ਚੰਗਾ ਲੱਗਦਾ, ਕਿਸੇ ਨੂੰ ਕੁਝ ਚੰਗਾ ਲੱਗਦਾ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਪਿਤ ਪਾਲੇ ਜੀਵਨ ਬਹੁ ਭਾਤੀ। ਜਿਹੋ ਜਿਹੇ ਜੀਵ ਬਣਾਏ ਨੇ ਉਹ ਜੀ ਉਹਦੀ ਖੁਰਾਕ ਆ। ਜਿਹੋ ਜਿਹੀ ਉਹਦੀ ਇੱਛਾ ਉਹ ਜੀ ਉਹਨੂੰ ਖੁਰਾਕ ਦਿੰਦੀ ਹੈ ਕੁਦਰਤ। ਕਿ ਉਹ ਸਾਰਿਆਂ ਨੂੰ ਪ੍ਰੇਮ ਕਰਦਾ ਨਾ, ਤਾਂ ਦਿੰਦਾ। ਆਸਾ ਕੀ ਵਾਰ ਸਤਿਗੁਰਾਂ ਨੇ ਸਮਝਾਇਆ, ਕੁਦਰਤ ਸਰਬ ਪਿਆਰ। ਉਹ ਸਾਰਿਆਂ ਨੂੰ ਪਿਆਰ ਕਰਦਾ, ਤਾਈਓ ਤਾਂ ਦਿੰਦਾ ਹੈ। ਪਰ ਅਸੀਂ ਨਹੀਂ ਉਹਨੂੰ ਪ੍ਰੇਮ ਕਰਦੇ। ਅਸੀਂ ਤਾਂ ਵਿਸਾਰਿਆ ਹੋਇਆ। ਦਾਤ ਪਿਆਰੀ ਵਿਛਰਿਆ ਦਾਤਾਰ। ਦੇਣ ਵਾਲਾ ਦਾਤਾਰ ਸਭ ਤੋਂ ਵਿਛਰਿਆ ਹੋਇਆ ਵਾ। ਅਸੀਂ ਦਾਤ ਨਾਲ ਜੁੜੇ ਹੋਏ ਹਾਂ। ਸਾਡਾ ਸੁਭਾਅ ਆ ਸੰਸਾਰੀ ਜੀਵ ਆ। ਪਰ ਕੁਦਰਤ ਦੇਖ ਰਹੀ ਹੈ। ਜਪਜੀ ਸਾਹਿਬ ਵੀ ਅਸੀਂ ਰੋਜ਼ ਪੜ੍ਹਦੇ ਹਾਂ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਹੀ ਵਡਾਣ। ਕੁਦਰਤ ਸਾਨੂੰ ਦੇਖ ਰਹੀ ਹੈ। ਇਹ ਆਤਮਾ ਦਾ ਗੁਣ ਹੈ ਭਾਈ। ਉਹ ਨਿਰਾਕਾਰ ਹੈ, ਭਾਵ ਆਕਾਰ ਤੋਂ ਰਹਿਤ ਹੈ। ਨਾ ਆਉਂਦੀ ਦਿੰਦੀ ਹੈ ਕਿਸੇ ਨੂੰ, ਨਾ ਜਾਂਦੀ ਦਿੰਦੀ ਹੈ। ਉੱਥੇ ਪਹੁੰਚਣਾ ਆਪਾਂ ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹੇ ਮਲ। ਇਹ ਅੰਦਰ ਸਾਡੇ ਵਿਰਹਾ ਚਾਹੀਦਾ ਹੈ। ਸਾਡੇ ਅੰਦਰ ਇਹ ਪੀੜਾ ਚਾਹੀਦੀ ਹੈ। ਇਹ ਪੀੜਾ ਕਿਵੇਂ ਪੈਦਾ ਹੋ? ਗੁਰ ਸ਼ਬਦ ਦੀ ਵਿਚਾਰ ਤੋਂ। ਜਦੋਂ ਸੱਚ ਦਾ ਗਿਆਨ ਹੁੰਦਾ ਹੈ, ਫਿਰ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ 'ਚ ਲਏ ਹੁੰਦੇ ਆ। ਫਿਰ ਇਹ ਪੀੜਾ ਪੈਦਾ ਹੁੰਦੀ ਹੈ ਸੱਚ ਦੇ ਗਿਆਨ ਨਾਲ। ਸਾਚੇ ਨਾਮ ਕੀ ਲਾਗੇ ਭੂਖ ਭੁੱਖੇ ਖਾਈ ਚਲੀਏ ਦੁੱਖ ਰਹਿ ਰਹਾ। ਸਤਿਗੁਰਾਂ ਨੇ ਸਮਝਾਇਆ, ਜੋ ਸੱਚ ਦਾ ਗਿਆਨ ਸਾਨੂੰ ਹੁੰਦਾ ਫਿਰ ਨਾਮ ਦੀ ਭੁੱਖ ਲੱਗਦੀ ਹੈ। ਆਤਮਾ ਜਾਗਦੀ ਹੈ। ਫਿਰ ਹੀ ਅੰਦਰ ਪੀੜਾ ਹੁੰਦੀ ਹੈ ਵਿਰਹੇ ਦੀ।
ਕਹਿੰਦੇ ਜਿਹਦੇ ਅੰਦਰ ਪੀੜਾ ਹੀ ਨਹੀਂ ਉੱਠੀ, ਸੋ ਤਨ ਜਾਣ ਮਸਾਣ। ਮਿਰਤ ਕਹੀਏ ਨਾਨਕਾ ਜਿਸ ਹਿਰਦੇ ਪ੍ਰੀਤ ਨਹੀਂ ਭਗਵੰਤ। ਨਮੋ ਪ੍ਰੀਤ ਪ੍ਰੀਤੇ ਦਸਮ ਪਾਤਸ਼ਾਹ ਸਮਝਾਉਂਦੇ ਨੇ। ਐਸੀ ਪ੍ਰੀਤ ਨੂੰ ਨਮਸਕਾਰ ਹੈ ਜਿਹੜੀ ਵੱਧਦੀ ਚਲੀ ਜਾਂਦੀ ਹੈ। ਕਿਉਂ ਵੱਧਦੀ ਹੈ? ਸੰਸਾਰ ਨਾਲ ਪ੍ਰੀਤ ਕਿਉਂ ਘਟਦੀ ਹੈ? ਸੰਸਾਰ ਭਾਈ ਸਦੀਵੀ ਥੋੜ੍ਹੀ ਹੈ। ਸਾਡਾ ਤਾਂ ਸੰਸਾਰ ਉਦੋਂ ਹੀ ਸਮਾਪਤ ਹੋ ਜਾਂਦਾ ਜਦੋਂ ਸਰੀਰ ਛੱਡਦੇ ਹਾਂ ਅਸੀਂ। ਸੱਚ ਹਮੇਸ਼ਾ ਰਹਿੰਦਾ, ਉਹ ਪ੍ਰੀਤ ਵੱਧਦੀ ਚਲੀ ਜਾਂਦੀ ਹੈ। ਆਓ ਸਾਰੇ ਮਿਲ ਕੇ ਇਹਨੂੰ ਸਮਝੀਏ। ਬਾਬਾ ਫਰੀਦ ਜੀ ਕੀ ਸਮਝਾਉਂਦੇ ਆ? ਫਰੀਦਾ ਚਿੰਤ ਕਠੋਲਾ ਬਾਣ ਦੁੱਖ ਬਿਰਹਿ ਵਸਾਵਣ ਲੇ, ਇਹ ਹਮਾਰਾ ਜੀਵਣਾ ਤੂੰ ਸਹਿਬ ਸੱਚੇ ਵੇ। ਕੋਈ ਇੱਛਾ ਨਹੀਂ ਹੈਗੀ, ਇਹੀ ਪੀੜਾ ਵਾ, ਤੂੰ ਜਾਣਦਾ ਸੱਚ ਦਾ ਦਰਸ਼ਨ ਕਰਨਾ ਹੈ ਭਾਈ। ਅਸੀਂ ਸੱਚ ਦੇ ਦਰਸ਼ਨ ਨੂੰ ਜਦੋਂ ਮਨ ਬੁੱਧੀ ਵਹਿੰਦੇ ਆ, ਉਹ ਦੇਵ ਲੋਕ ਹੈ, ਉਹ ਧਿਆਨ ਦੀ ਦੁਨੀਆ ਵਾ। ਦੁੱਖਾਂ ਤੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ। ਸਰੀਰ 'ਚ ਰਹਿੰਦੇ ਰਹਿੰਦੇ ਅਸੀਂ ਜਿਨੀ ਨਾਮ ਧਿਆਇਆ, ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲੇ ਮੁਸ਼ੱਕਤ ਸੰਸਾਰ, ਔਖੀ ਘੜੀ ਜੰਮਣਾ ਮਰਨਾ, ਇਹ ਸਭ ਖਤਮ ਹੋ ਜਾਂਦਾ ਹੈ। ਫਿਰ ਇਹ ਦੇਵ ਲੋਕ ਦੇ ਵਾਸੀ ਬਣ ਜਾਂਦੇ ਨੇ। ਉਹ ਦਰਗਾਹ ਕਿਹਾ ਉਹਨੂੰ, ਉੱਥੇ ਫਿਰ ਭਗਤੀ ਸ਼ੁਰੂ ਹੁੰਦੀ ਹੈ। ਉੱਥੋਂ ਆਪਾਂ ਨੂੰ ਲੋਕ ਵੀ ਦਿੰਦਾ ਹੈ, ਪਰਲੋਕ ਵੀ ਦਿੰਦਾ ਧਿਆਨ ਕਰਕੇ। ਇਹ ਐਸੀ ਨਾਮ ਦੀ ਜੋਤ ਹੈ, ਜਿਵੇਂ ਰਵਿਦਾਸ ਜੀ ਸਮਝਾਉਂਦੇ ਨੇ, ਨਾਮ ਤੇਰੀ ਕੀ ਜੋਤ ਲਗਾਈ, ਪਇਓ ਉਜਿਆਰੋ ਸਗਲ ਭਵਨਾਰੇ। 3 ਲੋਕਾਂ ਦਾ ਗਿਆਨ ਹੋ ਜਾਂਦਾ ਹੈ, ਮਨ ਬੁੱਧੀ ਸੂਝਵਾਨ ਹੋ ਜਾਂਦੇ ਨੇ, ਆਪਦੇ ਮੂਲ ਪ੍ਰਾਤਮਾ ਹਰ 'ਚ ਲਏ ਹੋ ਜਾਂਦੇ ਨੇ, ਸਤਿਗੁਰ ਇੱਕ ਹੋ ਜਾਂਦੇ ਨੇ। ਫਿਰ ਇਹ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਫਿਰ ਸਾਨੂੰ ਉਹ ਨਾਮ ਭਾਵ ਹੁਕਮ ਕੁਦਰਤ ਅਨੇਕਾਂ ਨਾਂ ਦੇ ਕੇ ਨਵਾਜਿਆ, ਸਮਝਿਆ ਆਪਾਂ। ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ। ਫਿਰ ਉਹਦੀ ਸਾਨੂੰ ਜਿਹੜੀ ਹੈਗੀ ਹੈ ਉਹ ਧੁਨ, ਉਹ ਆਵਾਜ਼ ਸੁਣਦੀ ਹੈ ਜਦੋਂ ਮਨ ਸੁੰਨ ਚਲਿਆ ਜਾਂਦਾ ਵਾ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਸੁੰਨ ਸਮਾਧ ਤੇ ਆਨੰਦ ਨਾਦ, ਕਹੀ ਨਾ ਜਾਈ ਅਚਰਜ ਬਿਸ਼ਮਾਦ। ਉਹ ਚਰਜ ਹੈ ਭਾਈ, ਬਿਆਨ ਤੋਂ ਪਰੇ ਹੈ। ਉਹ ਸੁੰਨ ਅਵਸਥਾ 'ਚ ਪਹੁੰਚਣਾ ਆਪਾਂ। ਇਹ ਤੋਂ ਵੀ ਕਈ ਭਗਤੀਆਂ ਨੇ ਜਨਮ ਲਿਆ, ਘਰ-ਬਾਰ ਛੱਡ ਕੇ ਚਲੇ ਗਏ ਜੰਗਲਾਂ 'ਚ ਕੁਦਰਤ ਨੂੰ ਲੱਭਣ ਨੂੰ। ਲੱਭਣਾ ਤਾਂ ਆਪ ਨੂੰ ਸੀਗਾ, ਕੁਦਰਤ ਤਾਂ ਕਿਤੇ ਨਹੀਂ ਗਈ ਭਾਈ। ਜੋ ਚਲੇ ਗਿਆ ਤਾਂ ਸ੍ਰਿਸ਼ਟੀ ਖਤਮ ਹੋ ਜੂ। ਕੁਦਰਤ ਤਾਂ ਛੱਡੋ, ਜੇ ਹਵਾ ਹੀ ਬੰਦ ਕਰਤੀ ਉਹਨੇ, ਸਾਡਾ ਜੀਵਨ ਠੱਪ ਹੋ ਜਾਊਗਾ। ਹਵਾ ਜਦ ਦੀ ਕਾਸ਼ 'ਚੋਂ ਕੱਟੀ ਹੈ, ਪਵਨ ਜਦ ਦੀ ਘੁੰਮ ਰਹੀ ਹੈ। ਕਾਹਦੇ ਕਰਕੇ? ਸੰਸਾਰ ਦਾ ਜੀਵਨ ਚੱਲਦਾ ਰਹੇ। ਪਵਨ ਗੁਰੂ ਪਾਣੀ ਪਿਤਾ, ਪਾਣੀ ਰੱਖਿਆ, ਪੈਦਾ ਕੀਤਾ ਸਰੀਰ ਕਰਕੇ ਕਿ ਇਹਦਾ ਜਿਹੜਾ ਹੈਗਾ ਸੰਸਾਰੀ ਯਾਤਰਾ ਸਾਡੀ ਪੂਰੀ ਹੋ ਜਾਵੇ। ਅਸੀਂ ਉਹਦਾ ਹੀ ਵਿਰੋਧ ਕਰਦੇ ਹਾਂ, ਐਡੀ ਸ਼ਕਤੀ ਦਾ। ਉਹੀ ਬਾਬਾ ਫਰੀਦ ਜੀ ਕਹਿੰਦੇ ਨੇ, ਕੋਈ ਇੱਛਾ ਨਹੀਂ, ਪਰ ਸਾਡਾ ਜੀਵਨ ਇਹੋ ਜਿਹਾ ਤੂੰ ਜਾਣਦਾ ਹੀ ਹੈ, ਸਾਡੇ 'ਤੇ ਕਿਰਪਾ ਰਹਿਮਤ ਕਰੋ। ਜਦੋਂ ਪਹਿਲਾ ਸ਼ਲੋਕ ਸ਼ੁਰੂ ਹੁੰਦਾ ਬਾਬਾ ਫਰੀਦ ਜੀ ਦਾ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾ ਲੈ ਆਏ। ਫਿਰ ਦਰਸ਼ਨ ਹੁੰਦਾ ਹੈ ਭਾਈ, ਜਦੋਂ ਮਨ ਸੁੰਨ ਚਲਿਆ ਜਾਂਦਾ ਹੈ। ਇਹ 2 ਅਵਸਥਾ ਤੋਂ ਬਾਅਦ ਮਨ ਸੁੰਨ 'ਚ ਹੁੰਦਾ ਹੈ। ਪਹਿਲਾ ਪਦਾਰਥ ਆਪਣਾ ਗਿਆਨ ਹੈ, ਗਿਆਨ ਨਾਲ ਫਿਰ ਸਾਨੂੰ ਮੁਕਤੀ ਮਿਲ ਜਾਂਦੀ, 2 ਪਦਾਰਥ ਮਿਲ ਜਾਂਦੇ ਨੇ। ਫਿਰ ਸੰਤੋਖ ਆ ਜਾਂਦਾ ਹੈ। ਸੰਤੋਖ ਤੋਂ ਬਾਅਦ ਇਹ ਭਗਤੀ ਸ਼ੁਰੂ ਹੁੰਦੀ ਹੈ। ਜੇ ਗੁਰਬਾਣੀ ਦੀ ਵਿਚਾਰ ਨਾਲ ਸੰਤੋਖ ਪੈਦਾ ਹੁੰਦਾ, ਫਿਰ ਇਹਨੂੰ ਕੋਈ ਤੋੜ ਨਹੀਂ ਸਕਦਾ ਹੈਗਾ। ਸੁਣੀਏ ਸਤ ਸੰਤੋਖ ਗਿਆਨ, ਸੁਣੀਏ 68 ਕਾ ਸਨਾਨ, ਸੁਣੀਏ ਪੜ ਪੜ ਪਾਵੇ ਮਾਨ, ਸੁਣੀਏ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਨ ਨਾਲੇ ਬਾਣੀ ਮਹਿਜ ਸਾਡਾ ਜੀਵਨ ਬਦਲ ਜੇ, ਫਿਰ ਵੀ ਅਸੀਂ ਸੁਣੀਏ ਕਿੱਡੇ ਅਭਾਗੇ ਹਾਂ ਭਾਈ। ਬਾਣੀ ਸੁਣਨ ਵਿਚਾਰਨਾ, ਸੱਤ ਤੋਂ ਭਾਵ ਸੱਚ ਦਾ ਗਿਆਨ ਹੋ ਜਾਂਦਾ ਹੈ। ਸੁਣੀਏ ਸਤ ਸੰਤੋਖ ਆ ਜਾਂਦਾ ਹੈ, ਮਨ ਬੁੱਧੀ ਮਾਇਆ ਦਾ ਤਿਆਗ ਕਰ ਦਿੰਦੇ ਨੇ। 68 ਸਟੀ ਹੋ ਜਾਂਦੀ ਹੈ, 68 ਤੀਰਥ ਪੂਰੇ ਹੋ ਜਾਂਦੇ, ਭਾਵ ਮਨ ਬੁੱਧੀ ਇੱਕ ਹੋ ਜਾਂਦੇ ਨੇ। ਫਿਰ ਸਾਡਾ ਸਹਿਜ ਅਵਸਥਾ ਵਾਲਾ ਜਿਹੜਾ ਸਹਿਜ ਦੁਨੀਆ, ਦਰਗਾਹ, ਦੇਵਲੋਕ, ਅਸੀਂ ਉੱਥੇ ਪਹੁੰਚ ਜਾਂਦੇ ਹਾਂ ਧਿਆਨ ਕਰਕੇ। ਫਿਰ ਧਿਆਨ ਲੱਗਦਾ। ਜੇ ਉਹਨੂੰ ਸੁਣੀਏ ਵਿਚਾਰੀਏ ਆਪਾਂ, ਨਾ ਧਿਆਨ ਲੱਗੇ ਕਦੇ ਵੀ ਨਹੀਂ ਹੋ ਸਕਦਾ। ਪਰ ਅਸੀਂ ਸੁਣਦੇ ਨਹੀਂ, ਇਸ ਦਾ ਉਪਦੇਸ਼ ਕਰਦੇ ਹਾਂ ਗੁਰੂ ਘਰਾਂ 'ਚ ਜਾ ਕੇ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ। ਗੁਰੂ ਘਰਾਂ ਜਾ ਕੇ ਵੀ ਹੁਕਮ ਦੇ ਧਾਰਨੀ ਬਣਨਾ ਹੈ। ਬਾਣੀ ਨੂੰ ਸੁਣਨਾ ਸਮਝਣਾ ਇਹੀ ਸੇਵਾ ਵਾ ਜਿਹੜੀ ਅਸੀਂ ਸਰੀਰ ਕਰਕੇ ਕਰਦੇ ਹਾਂ। ਉਹ ਸਾਡਾ ਫਰਜ਼ ਬਣਦਾ ਵਾ। ਕਿਤੇ ਵੀ ਗੁਰੂ ਕੇ ਪਿਆਰੇ ਬਾਣੀ ਨੂੰ ਪ੍ਰਚਾਰ ਕਰਦੇ ਨੇ, ਵਿਚਾਰਦੇ ਨੇ ਗੁਰ ਸ਼ਬਦ ਨੂੰ। ਗੁਰ ਸ਼ਬਦ ਤੋਂ ਬਿਨਾਂ ਨਹੀਂ ਕੁਛ ਹੋਣਾ। ਜੇ ਅਸੀਂ ਦੂਜੀ ਕੋਈ ਹੋਰ ਮੱਤਾਂ ਨਾਲ ਜੁੜਦੇ ਹਾਂ, ਉਹ ਸਾਨੂੰ ਢਹਿੰਦੀ ਕਲਾ ਕੰਨੀ ਲੈ ਜਾਂਦੀ ਹੈ। ਗੁਰਬਾਣੀ ਕੀ ਹੈ? ਚੜ੍ਹਦੀ ਕਲਾ ਕੰਨੀ ਲੈ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇਰੇ ਭਾਣੇ ਤੋਂ ਪਾਪ ਜਿਹੜੇ ਨਾਮ ਹੁਕਮ ਨਾਲ ਜੁੜਦੇ ਨੇ, ਭਾਣਾ ਹੁੰਦਾ, ਭਾਣੇ ਦੇ ਵਿੱਚ ਆ ਜਾਣਾ। ਕੋਈ ਵੀ ਆ ਸਕਦਾ, ਉਹਦਾ ਭਲਾ ਹੋਊਗਾ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ। ਨਹੀਂ ਆਪਣਾ ਜੀਵਨ ਇਹੋ ਜਿਹਾ ਬਾਬਾ ਫਰੀਦ ਜੀ ਨੇ ਸਮਝਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।